ਪੁੱਛੋ ਦਾ ਪ੍ਰਵਚਨ ਆਨੰਦ ਵੰਡੋ। ਦੁੱਖ ਤਾਂ ਅਸੀਂ ਦਿੰਨੇ ਆ, ਬਹੁਤ ਦਿੰਨੇ ਆ, ਬਿਨਾਂ ਜਾਣੇ। ਪਤਾ ਹੀ ਨਹੀਂ ਕਿ ਅਸੀਂ ਕਿਸ-ਕਿਸ ਤਰ੍ਹਾਂ ਦਾ ਦੁੱਖ ਕਿਸ-ਕਿਸ ਨੂੰ ਦਿੰਨੇ ਆ। ਕਿਸ ਸ਼ਬਦ ਨਾਲ, ਕਿਸ ਸੰਕੇਤ ਨਾਲ, ਕਿਸ ਅੱਖ ਦੇ ਢੰਗ ਨਾਲ, ਕਿਸ ਨੂੰ ਅਸੀਂ ਦੁੱਖ ਪਹੁੰਚਾ ਦਿੰਨੇ ਆ, ਇਹਦਾ ਸਾਨੂੰ ਪਤਾ ਹੀ ਨਹੀਂ। ਅਸੀਂ ਤਾਂ ਦੁੱਖ ਹੀ ਦਿੰਦੇ ਰਹਿੰਦੇ ਆ। ਚਾਰੇ ਪਾਸੇ ਸਾਡੇ ਉੱਠਣ ਵਿੱਚ, ਬੈਠਣ 'ਚ ਦੁੱਖ ਦਾ ਜ਼ਹਿਰ ਫੈਲਦਾ ਰਹਿੰਦਾ ਹੈ। ਉਹ ਸਾਡੇ ਅੰਦਰ ਭਰਿਆ ਹੈ। ਅਸੀਂ ਕੁਝ ਕਰ ਵੀ ਨਹੀਂ ਸਕਦੇ। ਅਸੀਂ ਉਹਨੂੰ ਰੋਕੀਏ ਵੀ ਤਾਂ ਝੂਠ ਹੈ। ਅਸੀਂ ਚਾਹ ਕੇ ਕੰਧਾਂ ਵੀ ਬਣਾ ਲਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਉਹ ਦੂਜਾ ਰਾਹ ਲੱਭ ਕੇ ਵਗੇਗਾ, ਕਿਤੋਂ ਨਾ ਕਿਤੋਂ ਨਿਕਲੇਗਾ। ਝਰਨੇ ਰੋਕੇ ਨਹੀਂ ਜਾ ਸਕਦੇ। ਦੁੱਖ ਤਾਂ ਅਸੀਂ ਦਿੰਨੇ ਆ। ਸਾਡਾ ਜੀਵਨ ਹੀ ਦੁੱਖ ਦਾ ਵੰਡਣਾ ਹੈ। ਲੇਕਿਨ ਇਹ ਜੇ ਸਾਨੂੰ ਖਿਆਲ ਆ ਜਾਏ ਕਿ ਅਸੀਂ ਦੁੱਖ ਵੰਡ ਰਹੇ ਹਾਂ, ਕੋਈ ਮੰਨਦਾ ਨਹੀਂ। ਤੁਸੀਂ ਕਿੰਨਾ ਹੀ ਕਿਸੇ ਨੂੰ ਦੁੱਖ ਦਿਓ, ਕੋਈ ਤੁਹਾਨੂੰ ਕਹੇ ਤਾਂ ਤੁਸੀਂ ਕਦੇ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਤੁਸੀਂ ਦੁੱਖ ਦਿੰਦੇ ਹੋ। ਤੁਸੀਂ ਤਾਂ ਕਹੋਗੇ ਇਹ ਗਲਤ ਗੱਲ ਹੈ, ਸਮਝ ਦੀ ਭੁੱਲ ਹੈ, ਮੈਂ ਤਾਂ ਸੁੱਖ ਹੀ ਦੇ ਰਿਹਾ। ਹਾਲਾਂਕਿ ਤੁਸੀਂ ਵੀ ਦੂਜਿਆਂ ਤੋਂ ਦੁੱਖ ਪਾਉਂਦੇ ਹੋ। ਇਹ ਵੀ ਇਹੀ ਕਹਿੰਦੇ ਆ ਕਿ ਅਸੀਂ ਸੁੱਖ ਦੇ ਰਹੇ ਹਾਂ। ਤੁਸੀਂ ਦੁੱਖ ਪਾ ਰਹੇ ਹੋ, ਤੁਹਾਡੀ ਗਲਤੀ ਹੈ। ਸਭ ਦੁੱਖ ਦੇ ਰਹੇ ਆ, ਕਿਸੇ ਨੂੰ ਸੁੱਖ ਨਹੀਂ ਮਿਲ ਰਿਹਾ। ਫਿਰ ਵੀ ਇਹ ਬੋਧ ਨਹੀਂ ਆਉਂਦਾ ਕਿ ਇੱਥੇ ਕਿਤੇ ਜ਼ਰੂਰ ਕੋਈ ਬੁਨਿਆਦੀ ਭੁੱਲ ਹੈ। ਇਹ ਗੱਲ ਯਾਦ ਰੱਖ ਲਓ, ਜੋ ਤੁਹਾਡੇ ਕੋਲ ਹੈ ਉਹੀ ਤੁਸੀਂ ਦੇ ਸਕਦੇ ਹੋ। ਹੋਰ ਕੋਈ ਉਪਾਅ ਨਹੀਂ ਹੈ। ਇਹ ਸੁਭਾਵਕ ਹੈ ਕਿ ਅਸੀਂ ਦੁੱਖ ਦਈਏ, ਦੁੱਖ ਪਾਈਏ। ਇਸ ਤਰ੍ਹਾਂ ਦੁੱਖ ਨੂੰ ਘਣਾ ਕਰੀਏ। ਇਹ ਤਦ ਤੱਕ ਜਾਰੀ ਰਹੇਗਾ ਜਦ ਤੱਕ ਤੂਫਾਨ ਤੁਹਾਡੇ ਦੁੱਖ ਨੂੰ ਨਾ ਖੋਹ ਲਵੇ। ਕੀ ਦੇ ਰਹੇ ਹੋ ਲੋਕਾਂ ਨੂੰ? ਤੂਫਾਨ ਉਠਾਓ ਤੇ ਦੁੱਖ ਦੀਆਂ ਸਾਰੀਆਂ ਧਾਰਾਵਾਂ ਨੂੰ ਲੈ ਜਾਣ ਦਿਓ ਤੂਫਾਨ ਨੂੰ। ਇਹ ਤਦ ਤੱਕ ਜਾਰੀ ਰਹੇਗਾ ਜਦ ਤੱਕ ਤੁਸੀਂ ਦੁੱਖ ਨੂੰ ਆਕਾਸ਼ 'ਚ ਵਿਸਰਜਿਤ ਕਰਨ ਦੀ ਕਲਾ ਨਾ ਸਿੱਖ ਲਓ। ਤਦ ਤੱਕ ਤੁਸੀਂ ਕਿਸੇ ਨਾ ਕਿਸੇ ਉੱਤੇ ਦੁੱਖ ਕੱਢੋਗੇ। ਇੱਕ ਨੌਜਵਾਨ ਮੇਰੇ ਕੋਲ ਆਇਆ, ਅਮਰੀਕਾ ਤੋਂ ਨੱਸ ਕੇ ਆਇਆ ਸੀ। ਨੱਸਣ ਦਾ ਕਾਰਨ ਸੀ ਮਾਨਸਿਕ ਪੁਣ ਛਾਣ 'ਚ ਪਾਇਆ ਗਿਆ। ਉਹ ਆਪਣੇ ਬਾਪ ਦੀ ਹੱਤਿਆ ਕਰਨ ਨੂੰ ਤਾਂਘਵਾਨ ਹੈ ਤੇ ਉਹਨੇ ਵੀ ਸਮਝ ਲਿਆ ਕਿ ਗੱਲ ਸੱਚ ਹੈ। ਉਹਦੇ ਮਨ 'ਚ ਇੱਕ ਹੀ ਕਲਪਨਾ ਬਾਰ-ਬਾਰ ਉੱਭਰਦੀ ਹੈ ਕਿ ਬਾਪ ਨੂੰ ਮਾਰ ਸੁੱਟੇ। ਬਾਪ ਨੇ ਉਹਨੂੰ ਸਤਾਇਆ, ਫਿਰ ਮਾਂ ਉਹਨੂੰ ਛੱਡ ਕੇ ਚਲੀ ਗਈ, ਬਾਪ ਨੇ ਦੂਜਾ ਵਿਆਹ ਕਰਵਾ ਲਿਆ, ਫਿਰ ਸਭ ਤਰ੍ਹਾਂ ਦੀਆਂ ਪੀੜਾਂ ਉਹਨੇ ਝੱਲੀਆਂ। ਬਾਪ ਦੇ ਪ੍ਰਤੀ ਗਹਿਰੀ ਘਿਰਣਾ ਉਹਦੇ ਮਨ 'ਚ ਹੈ। ਜਦੋਂ ਮਨੋਰੋਗ ਮਾਹਿਰਾਂ ਨੇ ਉਹਨੂੰ ਦੱਸਿਆ ਕਿ ਇਸ ਵਿਚਾਰ ਨੇ ਤੇਰੇ ਮਨ ਨੂੰ ਘੇਰਿਆ, ਇਹ ਕਿਤੇ ਪ੍ਰਗਟ ਨਾ ਹੋ ਜਾਏ, ਤਾਂ ਖੁਦ ਵੀ ਭੈਮਾਨ ਹੋ ਗਿਆ। ਉਹ ਇਸ ਲਈ ਹਿੰਦੁਸਤਾਨ ਚਲਿਆ ਆਇਆ ਵੀ ਨਾ ਰਹੇਗਾ ਬਾਪ ਦੇ ਕੋਲ ਤੇ ਨਾ ਹੀ ਉਹ ਪੁੱਤਰ ਦੀ ਸੰਭਾਵਨਾ ਹੋਏਗੀ। ਉਹ ਮੇਰੇ ਕੋਲ ਆਇਆ। ਮੈਂ ਕਿਹਾ ਤੂੰ ਕਿਤੇ ਵੀ ਨੱਸ। ਜਿਸ ਦਿਨ ਤੂੰ ਬਾਪ ਦੀ ਹੱਤਿਆ ਕਰਨੀ ਹੈ ਉਸ ਦਿਨ ਤੂੰ ਬਾਪ ਦੇ ਕੋਲ ਪਹੁੰਚ ਜਾਏਗਾ। ਨੱਸ ਤੂੰ ਸਕਦਾ ਨਹੀਂ ਹੈ, ਕਿਉਂਕਿ ਆਪਣੇ ਆਪ ਤੋਂ ਕਿਵੇਂ ਨੱਸੇਗਾ? ਬਾਪ ਤੋਂ ਨੱਸ ਸਕਦਾ ਹੈ, ਲੇਕਿਨ ਉਹ ਜੋ ਤੇਰਾ ਹੱਤਿਆ ਕਰਨ ਵਾਲਾ ਮਨ ਹੈ ਉਹ ਤੇਰੇ ਅੰਦਰ ਹੈ, ਉਹ ਤੇਰੇ ਨਾਲ ਹੈ, ਉਹ ਹੋਰ ਸੰਘਣਾ ਹੋ ਜਾਏਗਾ। ਉਹਨੇ ਕਿਹਾ ਮੈਂ ਕੀ ਕਰਾਂ? ਮੈਂ ਕਿਹਾ ਤੂੰ ਬਾਪ ਦੀ ਹੱਤਿਆ ਕਰ ਹੀ ਦੇ। ਉਹਨੇ ਕਿਹਾ ਕਿ ਤੁਸੀਂ ਕੀ ਕਹਿੰਦੇ ਹੋ? ਤੁਸੀਂ ਹੋਸ਼ 'ਚ ਹੋ? ਤੁਹਾਡੇ ਵਰਗਾ ਆਦਮੀ ਮੈਂ ਨਹੀਂ ਦੇਖਿਆ। ਮੈਂ ਤੁਹਾਡੇ ਕੋਲ ਸ਼ਾਂਤ ਹੋਣ ਆਇਆ, ਤੁਸੀਂ ਕਹਿੰਦੇ ਹੋ ਬਾਪ ਦੀ ਹੱਤਿਆ ਕਰ ਦੇ। ਮੈਂ ਉਹਨੂੰ ਕਿਹਾ ਜਾ ਕੇ ਸੱਚਮੁੱਚ ਬਾਪ ਦੀ ਹੱਤਿਆ ਕਰਨ ਦੀ ਜ਼ਰੂਰਤ ਨਹੀਂ ਹੈ। ਮੇਰੇ ਕਮਰੇ 'ਚ ਇੱਕ ਸਿਰਹਾਣਾ ਪਿਆ ਹੈ। ਮੈਂ ਉਹਨੂੰ ਕਿਹਾ ਕਿ ਇਹ ਸਿਰਹਾਣਾ ਤੂੰ ਲੈ ਜਾ, ਇਹਨੂੰ ਤੂੰ ਆਪਣਾ ਬਾਪ ਸਮਝ, ਇਸ ਉੱਤੇ ਤੂੰ ਬਾਪ ਦਾ ਨਾਂ ਵੀ ਲਿਖ ਦੇ, ਇਸ ਉੱਤੇ ਬਾਪ ਦੀ ਤਸਵੀਰ ਵੀ ਲਾ ਦੇ। ਬਾਜ਼ਾਰੋਂ ਇੱਕ ਛੁਰਾ ਖਰੀਦ ਲਿਆ। ਉਹਨੇ ਕਿਹਾ ਤੁਸੀਂ ਵੀ ਕੀ ਮਜ਼ਾਕ ਕਰ ਰਹੇ ਹੋ? ਪਰ ਦੇਖਿਆ ਮੈਂ ਕਿ ਉਹਦੀਆਂ ਅੱਖਾਂ 'ਚ ਚਮਕ ਆ ਗਈ, ਪ੍ਰਸੰਨਤਾ ਆ ਗਈ। ਉਹਦਾ ਉਦਾਸ ਚਿਹਰਾ ਖਿੜਿਆ ਦਿਖਾਈ ਦਿੱਤਾ। ਮੈਂ ਕਿਹਾ ਤੂੰ ਬੇਫਿਕਰੀ ਨਾਲ ਰੋਜ਼ ਹੱਤਿਆ ਕਰ, ਇੱਕ ਦਿਨ ਨਾਲ ਵੀ ਕੀ ਬਣੇਗਾ? ਤੂੰ ਅੱਧੇ ਘੰਟੇ ਦਾ ਨੇਮ ਬਣਾ ਲੈ। ਸਵੇਰੇ ਪਹਿਲਾ ਕੰਮ ਬਾਪ ਦੀ ਹੱਤਿਆ ਕਰਨ ਦਾ। ਉਹਨੇ ਕਿਹਾ ਲੇਕਿਨ ਇਹਦੇ ਨਾਲ ਕੀ ਹੋਏਗਾ? ਮੈਂ ਕਿਹਾ ਤੂੰ ਇਹਨੂੰ ਸ਼ੁਰੂ ਕਰ, 7 ਦਿਨ ਬਾਅਦ ਆ ਕੇ ਤੂੰ ਮੈਨੂੰ ਦੱਸੀ। 7 ਦਿਨ ਬਾਅਦ ਉਹ ਆਇਆ, ਕਹਿਣ ਲੱਗਾ ਤੁਸੀਂ ਕੀ ਕਰਤਾ ਮੈਨੂੰ? ਅੱਧੇ ਘੰਟੇ 'ਚ ਦਿਲ ਨਹੀਂ ਮੰਨਦਾ। ਕਦੇ ਕਦੇ ਤਾਂ ਘੰਟਾ, 1.5 ਘੰਟਾ ਐਸਾ ਕੁਟਾਪਾ ਕਰਦਾ, ਛੁਰਾ ਵੀ ਮਾਰਦਾ, ਚਿੱਤ ਅਜਿਹੀ ਸ਼ਾਂਤੀ ਮਹਿਸੂਸ ਕਰਦਾ ਹੈ। ਉਹ ਤੋਂ ਬਾਅਦ ਉਹਨੇ ਕਿਹਾ ਕਿ ਇੱਧਰ 2 ਦਿਨਾਂ ਤੋਂ ਇੱਕ ਨਵੀਂ ਘਟਨਾ ਵਾਪਰ ਰਹੀ ਹੈ। ਮੈਨੂੰ ਆਪਣੇ ਬਾਪ ਉੱਤੇ ਦਇਆ ਆਉਣ ਲੱਗੀ ਹੈ। ਘਿਰਣਾ ਵਿਸਰਜਿਤ ਹੋ ਗਈ ਹੈ। ਮੈਨੂੰ ਦਇਆ ਦਾ ਭਾਵ ਆਉਂਦਾ ਹੈ। ਮੈਂ ਕਿਹਾ ਤੂੰ ਜਾਰੀ ਰੱਖ 3 ਹਫ਼ਤੇ। ਤੀਜੇ ਹਫ਼ਤੇ ਉਹਨੇ ਆ ਕੇ ਮੈਨੂੰ ਕਿਹਾ ਕਿ ਮੈਨੂੰ ਮਾਫ਼ ਕਰ ਦਿਓ ਤੇ ਮੈਨੂੰ ਆਗਿਆ ਦਿਓ ਕਿ ਮੈਂ ਜਾਵਾਂ, ਆਪਣੇ ਬਾਪ ਦੇ ਚਰਨਾਂ 'ਚ ਸਿਰ ਰੱਖ ਕੇ ਮਾਫ਼ੀ ਮੰਗ ਲਵਾਂ। ਮੇਰੇ ਮਨ 'ਚੋਂ ਸਾਰੀ ਘਿਰਣਾ ਨਿਕਲ ਗਈ ਹੈ। ਹੁਣ ਮੈਨੂੰ ਲੱਗਦਾ ਹੈ ਕਿ ਬਾਪ ਦਾ ਕੋਈ ਕਸੂਰ ਨਹੀਂ ਹੈ। ਹਾਲਾਤ ਅਜਿਹੇ ਸੀ। ਹੁਣ ਮੇਰੇ ਅੰਦਰ ਸਿਰਫ ਦਇਆ ਦਾ ਭਾਵ ਹੈ। ਹੁਣ ਮੈਨੂੰ ਇਹਦਾ ਵੀ ਪਛਤਾਵਾ ਹੁੰਦਾ ਹੈ ਕਿ 3 ਹਫ਼ਤੇ ਤੱਕ ਮੈਂ ਆਪਣੇ ਪਿਤਾ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ। ਮੈਂ ਉਹ ਤੋਂ ਪੁੱਛਦਾ ਸੀ ਕਿ ਉਹਨੇ ਕਿਹਾ ਕਿ ਤੂੰ 3 ਦਿਨਾਂ ਤੋਂ ਬਾਅਦ ਸਿਰਹਾਣਾ
ਖੋ ਗਿਆ ਤੇ ਮੇਰਾ ਪਿਤਾ ਮੌਜੂਦ ਹੋ ਗਿਆ, ਪ੍ਰੋਜੈਕਸ਼ਨ ਪੂਰਾ ਹੋ ਗਿਆ। ਜੋ ਗੱਲ ਸਾਲ ਭਰ ਮਾਨਸਿਕ ਇਲਾਜ ਨਾਲ ਸੰਭਵ ਨਾ ਹੋ ਸਕੀ, ਉਹ 3 ਹਫ਼ਤੇ ਤੂਫਾਨ ਪੈਦਾ ਕਰਨ ਨਾਲ ਸੰਭਵ ਹੋ ਗਈ। ਉਹ ਨੌਜਵਾਨ ਵਾਪਸ ਮੁੜ ਗਿਆ। ਉਹਦੇ ਪਿਤਾ ਦਾ ਮੇਰੇ ਕੋਲ ਪੱਤਰ ਆਇਆ ਕਿ ਤੁਸੀਂ ਮੈਨੂੰ ਮੇਰਾ ਬੇਟਾ ਵਾਪਸ ਮੋੜ ਦਿੱਤਾ। ਇਸ ਲਈ ਜਿੰਨਾ ਧੰਨਵਾਦ ਮੰਨਾਂ ਥੋੜ੍ਹਾ ਹੈ। ਤੇ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਇਸ ਬੇਟੇ 'ਚ ਅਜਿਹਾ ਸਰਲ ਭਾਵ ਆ ਜਾਏਗਾ। ਇਹ ਕਦੇ ਮੇਰੇ ਪੈਰਾਂ ਤੇ ਸਿਰ ਰੱਖ ਦੇਏਗਾ। ਇਹ ਤਾਂ ਕਲਪਨਾ ਤੋਂ ਬਾਹਰ ਸੀ। ਮੈਂ ਤਾਂ ਸੋਚ ਹੀ ਚੁੱਕਾ ਸੀ ਕਿ ਗੱਲ ਖਤਮ ਹੋ ਗਈ। ਹੁਣ ਇਸ ਬੇਟੇ ਦੇ ਮੱਥੇ ਲੱਗਣਾ ਵੀ ਠੀਕ ਨਹੀਂ। ਜੋ ਵੀ ਤੁਹਾਡੇ ਅੰਦਰ ਹੈ, ਦੁੱਖ ਹੈ, ਪੀੜਾ ਹੈ, ਸੰਤਾਪ ਹੈ, ਉਹਨੂੰ ਖੁੱਲੇ ਅਸਮਾਨ 'ਚ ਛੱਡਣ ਦੀ ਸਮਰੱਥਾ ਚਾਹੀਦੀ। ਤਾਂ ਤੁਸੀਂ ਦੁੱਖ ਤੋਂ ਮੁਕਤ ਹੋਗੇ। ਵਿਅਕਤੀਆਂ ਉੱਤੇ ਕੱਢਣ ਦੀ ਕੋਈ ਜ਼ਰੂਰਤ ਨਹੀਂ ਹੈ। ਵਿਅਕਤੀਆਂ ਉੱਤੇ ਵੀ ਕੱਢ ਕੇ ਤੁਸੀਂ ਕਰਦੇ ਕੀ ਹੋ? ਵਿਅਕਤੀ ਵੀ ਕਿੱਲੀਆਂ ਹੈ। ਜਦ ਆਕਾਸ਼ ਵਰਗੀ ਵੱਡੀ ਕਿੱਲੀ ਹਾਸਲ ਹੋਵੇ ਤਾਂ ਕੀ ਛੋਟੇ-ਛੋਟੇ ਵਿਅਕਤੀਆਂ ਨੂੰ ਲੱਭਣ? ਸਾਰੇ ਵਿਅਕਤੀ ਉਂਝ ਹੀ ਦੁੱਖ 'ਚ ਬਹੁਤ ਭਰੇ ਹੋਏ ਆ। ਉਹਨਾਂ ਉੱਤੇ ਹੋਰ ਦੁੱਖ ਕੀ ਲੱਦਣਾ ਹੈ? ਪਤਨੀ ਤੁਹਾਡੀ ਉਂਝ ਹੀ ਦੱਬੀ ਤੇ ਮਰੀ ਜਾ ਰਹੀ। ਪਤੀ ਤੁਹਾਡਾ ਉਂਝ ਹੀ ਟੁੱਟਿਆ ਜਾ ਰਿਹਾ। ਹੁਣ ਉਸ ਉੱਤੇ ਹੋਰ ਕੀ ਦੁੱਖ ਸੁੱਟਣਾ ਹੈ? ਕੀ ਕਰੋਧ ਕਰਨਾ ਹੈ? ਖੁੱਲਾ ਅਸਮਾਨ ਕਾਫੀ ਵੱਡਾ ਹੈ। ਇਹ ਹਿੱਕ ਇੰਨੀ ਵੱਡੀ ਹੈ ਕਿ ਤੁਹਾਡੇ ਬੋਝ ਨਾਲ ਥੱਕੇਗੀ ਨਹੀਂ। ਇਸ ਖੁੱਲੇ ਆਕਾਸ਼ 'ਚ ਆਪਣੇ ਦੁੱਖ ਨੂੰ ਉੱਡ ਜਾਣ ਦਿਓ। ਇਸ ਦੁੱਖ ਦਾ ਕਿਤੇ ਕੋਈ ਪਤਾ ਵੀ ਨਹੀਂ ਲੱਗੇਗਾ। ਇਹ ਲੀਨ ਹੋ ਜਾਏਗਾ। ਆਕਾਸ਼ 'ਚ ਸਭ ਕੁਝ ਲੀਨ ਹੋ ਜਾਂਦਾ, ਤੁਸੀਂ ਤੱਕ ਲੀਨ ਹੋ ਜਾਓਗੇ ਤਾਂ ਤੁਹਾਡੇ ਦੁੱਖ ਦੀ ਕੀ ਹਸਤੀ ਹੈ? ਕੱਲ ਤੁਸੀਂ ਨਹੀਂ ਸੀ, ਇਸੇ ਆਕਾਸ਼ 'ਚੋਂ ਤੁਹਾਡਾ ਆਉਣਾ ਹੋਇਆ ਸੀ। ਕੱਲ ਫਿਰ ਤੁਸੀਂ ਨਹੀਂ ਹੋਗੇ, ਇਸੇ ਆਕਾਸ਼ 'ਚ ਫਿਰ ਖੋ ਜਾਓਗੇ। ਪ੍ਰਿਥਵੀਆਂ ਬਣਦੀਆਂ, ਖੋ ਜਾਂਦੀਆਂ, ਸੂਰਜ ਮਘਦੇ ਆ, ਸੁੱਕ ਜਾਂਦੇ ਆ, ਤਾਰੇ ਬਣਦੇ ਆ, ਖਿੱਲਰ ਜਾਂਦੇ ਆ, ਸ੍ਰਿਸ਼ਟੀਆਂ ਬਣਦੀਆਂ, ਲੀਨ ਹੋ ਜਾਂਦੀਆਂ। ਇਹ ਆਕਾਸ਼ ਸਭ ਨੂੰ ਪੀ ਲੈਂਦਾ। ਇਹ ਤੁਹਾਡਾ ਦੁੱਖ ਨਾ ਕੁਝ ਹੈ। ਇਹਨੂੰ ਆਕਾਸ਼ ਨੂੰ ਦੇ ਦਿਓ, ਇਹਨੂੰ ਪੀ ਲਏਗਾ। ਤੂਫਾਨ ਉਠਾਓ, ਦੁੱਖ ਨੂੰ ਵਹਿ ਜਾਣ ਦਿਓ। ਉਸ ਦੇ ਬਾਅਦ ਤੁਹਾਨੂੰ ਆਨੰਦ ਦੀ ਝਲਕ ਆਉਣੀ ਸ਼ੁਰੂ ਹੋ ਜਾਏਗੀ। ਇਸ ਸ਼ੂਨਿਅਤਾ ਵਿੱਚ, ਇਸ ਖਾਮੋਸ਼ੀ 'ਚ ਜੋ ਤੂਫਾਨ ਤੋਂ ਪਿੱਛੋਂ ਆਏਗੀ, ਤੁਹਾਨੂੰ ਲਗਾਤਾਰ ਅਟੁੱਟ ਅਨੁਭਵ ਹੋਣ ਲੱਗੇਗਾ। ਇਹ ਚੰਗਾ ਨਹੀਂ ਹੈ। ਕੱਟ ਤਾਂ ਤੁਸੀਂ ਚੁੱਕੇ ਹੋ, ਹੁਣ ਤੁਹਾਨੂੰ ਬੀਜਣਾ ਚਾਹੀਦਾ ਹੈ। ਇਹ ਬਾਣੀ ਖੁਦ ਖਾਮੋਸ਼ੀ ਹੈ। ਇਹ ਜਾਣ ਕੇ ਤੁਸੀਂ ਉਹਦੇ ਹੁਕਮ ਦੀ ਪਾਲਣਾ ਕਰੋਗੇ। ਇਸ ਹੁਕਮ ਤੋਂ ਬਚਿਆ ਨਹੀਂ ਜਾ ਸਕਦਾ ਕਿਉਂਕਿ ਇਹ ਹੁਕਮ ਕਿਤੋਂ ਬਾਹਰੋਂ ਤੋਂ ਨਹੀਂ ਆ ਰਿਹਾ। ਇਹ ਤੁਹਾਡੀ ਆਪਣੀ ਅੰਤਰ-ਆਤਮਾ ਦੀ ਆਵਾਜ਼ ਹੈ। ਇਹ ਤੁਹਾਡਾ ਹੀ ਹੁਕਮ ਹੈ। ਤੁਸੀਂ ਆਪਣੇ ਖਾਤਰ ਹੀ ਕੀਤਾ। ਇਸ ਲਈ ਤੁਸੀਂ ਤਾਂ ਬਚ ਹੀ ਨਹੀਂ ਸਕਦੇ। ਧਿਆਨ ਰਹੇ, ਦੂਜੇ ਦਾ ਹੁਕਮ ਬੋਝ ਹੋ ਜਾਂਦਾ ਹੈ। ਜੇ ਅਸੀਂ ਇਹਨੂੰ ਕਰਦੇ ਵੀ ਹਾਂ ਤਾਂ ਫਰਜ਼ ਮੰਨ ਕੇ, ਫਰਜ਼ ਗੰਦਾ ਸ਼ਬਦ ਹੈ। ਇਹਦਾ ਮਤਲਬ ਹੈ ਕਰਨਾ ਪੈ ਰਿਹਾ ਹੈ, ਉਹ ਆਨੰਦ ਨਹੀਂ ਹੈ। ਕੋਈ ਮੈਨੂੰ ਆ ਕੇ ਕਹਿੰਦਾ ਮਾਂ ਦੀ ਸੇਵਾ ਕਰ ਰਿਹਾ ਕਿਉਂਕਿ ਇਹ ਫਰਜ਼ ਹੈ, ਤਾਂ ਮੈਂ ਉਹਨੂੰ ਕਹਿਣਾ ਕਿ ਤੂੰ ਸੇਵਾ ਨਾ ਕਰ। ਕਿਉਂਕਿ ਜਦ ਤੂੰ ਕਹਿ ਰਿਹਾ ਫਰਜ਼ ਹੈ ਤਾਂ ਉਹਦਾ ਮਤਲਬ ਹੈ ਮਾਂ ਦੇ ਲਈ ਤੇਰੇ ਹਿਰਦੇ 'ਚ ਕੋਈ ਪ੍ਰੇਮ ਨਹੀਂ ਹੈ। ਜੋ ਵੀ ਫਰਜ਼ ਸ਼ਬਦ ਦੀ ਵਰਤੋਂ ਕਰਦਾ ਉਹ ਕਹਿ ਰਿਹਾ ਹੈ ਮੇਰਾ ਪ੍ਰੇਮ ਨਹੀਂ ਹੈ। ਜਿੱਥੇ ਪ੍ਰੇਮ ਹੁੰਦਾ ਉੱਥੇ ਫਰਜ਼ ਨਹੀਂ ਹੁੰਦਾ, ਉੱਥੇ ਆਨੰਦ ਹੁੰਦਾ ਹੈ। ਇਹ ਕਹਿਣਾ ਕਿ ਮੇਰੀ ਮਾਂ ਹੈ ਇਸ ਲਈ ਸੇਵਾ ਕਰ ਰਿਹਾ ਕਿਉਂਕਿ ਮੇਰਾ ਪ੍ਰੇਮ ਹੈ। ਇੱਥੇ ਕੋਈ ਫਰਜ਼ ਦਾ ਸਵਾਲ ਨਹੀਂ ਹੁੰਦਾ, ਕਰਨਾ ਚਾਹੀਦਾ ਹੈ ਇਸ ਲਈ ਕਰ ਰਿਹਾ, ਤਦ ਤੱਕ ਗੱਲ ਹੀ ਵਿਅਰਥ ਹੋ ਗਈ। ਲੇਕਿਨ ਫਰਕ ਹੈ, ਫਰਜ਼ ਦਾ ਹੁਕਮ ਮਿਲਦਾ ਹੈ ਬਾਹਰ ਤੋਂ, ਪ੍ਰੇਮ ਦਾ ਹੁਕਮ ਮਿਲਦਾ ਹੈ ਅੰਦਰੋਂ। ਪ੍ਰੇਮ ਦਾ ਹੁਕਮ ਤੁਹਾਡਾ ਹੀ ਹੁਕਮ ਹੁੰਦਾ ਹੈ, ਇਸ ਲਈ ਪੂਰਾ ਕਰਨ 'ਚ ਖੁਸ਼ੀ ਹੁੰਦੀ ਹੈ। ਫਰਜ਼ ਦਾ ਹੁਕਮ ਕਿਸੇ ਹੋਰ ਦਾ ਹੁੰਦਾ ਹੈ, ਸ਼ਾਸਤਰ ਦਾ, ਸਮਾਜ ਦਾ, ਗੁਰੂ ਦਾ, ਕਿਸੇ ਹੋਰ ਦਾ, ਪਰੰਪਰਾ ਦਾ, ਵਿਵਸਥਾ ਦਾ। ਕਿਤੋਂ ਹੋਰ ਤੋਂ ਹੁਕਮ ਆਉਂਦਾ ਹੈ ਤੇ ਤੁਹਾਨੂੰ ਉਹ ਪੂਰਾ ਕਰਨਾ ਪੈਂਦਾ। ਤੁਸੀਂ ਪੂਰਾ ਕਰਦੇ ਹੋ, ਪਰ ਮਨ, ਹਿਰਦਾ ਉੱਥੇ ਨਹੀਂ ਹੁੰਦਾ। ਤੁਸੀਂ ਨਿਬੇੜਦੇ ਹੋ, ਤੁਸੀਂ ਕਿਸੇ ਤਰ੍ਹਾਂ ਬੋਝ ਨੂੰ ਢੋਂਦੇ ਹੋ, ਤਦ ਤੁਹਾਡੇ ਫਰਜ਼ ਤੋਂ ਆਈ ਹੋਈ ਸੇਵਾ 'ਚ ਜ਼ਹਿਰ ਹੋ ਜਾਂਦਾ ਹੈ। ਤਦ ਤੁਸੀਂ ਸਮਝਦੇ ਹੋ ਤੁਸੀਂ ਬੜੀ ਸੇਵਾ ਕਰ ਰਹੇ ਹੋ। ਜਿਹਦੀ ਤੁਸੀਂ ਕਰ ਰਹੇ ਹੋ ਉਹਨੂੰ ਲੱਗਦਾ ਹੈ ਤੁਸੀਂ ਕੁਛ ਨਹੀਂ ਕਰ ਰਹੇ ਕਿਉਂਕਿ ਤੁਹਾਡਾ ਹਿਰਦਾ ਤੁਸੀਂ ਜੋ ਕਰਦੇ ਹੋ ਉਹਨੂੰ ਲੱਗਦਾ ਹੈ ਤੁਸੀਂ ਕੁਛ ਨਹੀਂ ਕਰ ਰਹੇ। ਤੁਹਾਡਾ ਹਿਰਦਾ ਅਗਰ ਉਸ 'ਚ ਮੌਜੂਦ ਨਾ ਹੋਵੇ, ਦੂਜੇ ਨੂੰ ਸਮਝ ਆ ਜਾਂਦਾ ਹੈ। ਛੋਟੇ-ਛੋਟੇ ਬੱਚੇ ਤੱਕ ਸਮਝ ਲੈਂਦੇ ਆ ਵੀ ਬਾਪ ਫਰਜ਼ ਵਜੋਂ ਉਹਨਾਂ ਦੀ ਪਿੱਠ ਸਹਿਲਾ ਰਿਹਾ, ਮੁਸਕਰਾ ਰਿਹਾ ਹੈ। ਛੋਟੇ ਬੱਚੇ ਵੀ ਸਮਝ ਆਉਂਦੇ ਆ ਮੁਸਕਰਾਹਟ ਝੂਠੀ ਹੈ। ਇਹ ਜੋ ਪਿੱਠ ਥਾਪੜੀ ਜ਼ਰੂਰ, ਪਰ ਸਿਰਫ ਹੱਥ ਹੀ ਸੀ, ਉੱਥੇ ਹਿਰਦਾ ਨਹੀਂ ਸੀ। ਛੋਟੇ ਬੱਚੇ ਜਾਣ ਜਾਂਦੇ ਆ ਕਿ ਨਹੀਂ, ਇੱਥੇ ਹਿਰਦਾ ਨਹੀਂ ਹੈ, ਪਛਾਣ ਜਾਂਦੇ ਆ। ਅਸੀਂ ਸਭ ਇੱਕ ਦੂਜੇ ਨੂੰ ਪਛਾਣ ਜਾਂਦੇ ਹਾਂ। ਧੋਖਾ ਦੇਣਾ ਸੰਭਵ ਨਹੀਂ ਹੈ ਕਿਉਂਕਿ ਹਿਰਦਾ ਜਿੱਥੇ ਮੌਜੂਦ ਹੁੰਦਾ ਉਹਦਾ ਰਸ ਅਨੁਭਵ 'ਚ ਆ ਜਾਂਦਾ ਹੈ। ਹਿਰਦਾ ਜਿੱਥੇ ਮੌਜੂਦ ਨਹੀਂ ਹੁੰਦਾ ਉੱਥੇ ਸੁੱਕਾਪਣ ਮਹਿਸੂਸ ਹੋ ਹੀ ਜਾਂਦਾ ਹੈ। ਤੁਸੀਂ ਜੋ ਹੁਣ ਸ਼ਿਸ਼ ਹੋ, ਤੁਸੀਂ ਜੋ ਹੁਣ ਸਿੱਖਣ 'ਚ ਸਮਰੱਥ ਹੋ ਗਏ ਹੋ, ਜਿਹਨੇ ਆਪਣੇ ਹਿਰਦੇ ਨੂੰ ਸ਼ੂਨਿਆ ਕਰ ਲਿਆ, ਪੂਰੀ ਤਰ੍ਹਾਂ ਝੁਕਾ ਦਿੱਤਾ, ਆਪਣੇ ਪੈਰਾਂ ਤੇ ਖੜੇ ਰਹਿ ਸਕਦੇ ਹੋ। ਇਹ ਬੜੀ ਮਜ਼ੇਦਾਰ ਗੱਲ ਹੈ। ਜਿਹੜਾ ਝੁਕਣ ਨੂੰ ਤਿਆਰ ਹੈ, ਆਪਣੇ ਪੈਰਾਂ ਤੇ ਖੜਾ ਹੋਣ 'ਚ ਸਮਰੱਥ ਹੋ ਜਾਂਦਾ ਹੈ। ਜਿਹੜਾ ਝੁਕਣ ਨੂੰ ਤਿਆਰ ਨਹੀਂ ਹੈ, ਉਹ ਸਦਾ ਦੂਜੇ ਤੇ ਨਿਰਭਰ ਹੁੰਦਾ ਹੈ। ਇਹ ਬੜੀ ਉਲਟੀ ਗੱਲ ਹੈ। ਲੇਕਿਨ ਅਜਿਹਾ ਹੀ ਹੈ ਕਿਉਂਕਿ ਜਿਹੜਾ ਝੁਕਣ 'ਚ ਸਮਰੱਥ ਹੈ, ਇਸ ਜਗਤ ਦੀ ਸਾਰੀ ਸ਼ਕਤੀ ਉਸ ਵੱਲ ਨੂੰ ਵਹਿਣੀ ਸ਼ੁਰੂ ਹੋ ਜਾਂਦੀ ਹੈ।
ਜਿਹੜਾ ਆਕੜ ਕੇ ਖੜਾ ਰਹਿੰਦਾ ਉਹ ਆਪਣੀ ਸ਼ਕਤੀ ਵੀ ਗਵਾਉਂਦਾ ਹੈ। ਇਸ ਜਗਤ ਦੀ ਸ਼ਕਤੀ ਉਹਨੂੰ ਹਾਸਲ ਨਹੀਂ ਹੁੰਦੀ। ਲਾਓ ਤਸੇ ਕਹਿੰਦਾ ਸੀ ਕਿ ਤੂਫਾਨ ਆਉਂਦਾ ਹੈ, ਵੱਡੇ ਵੱਡੇ ਬਿਰਛ ਆਕੜ ਕੇ ਖੜੇ ਰਹਿੰਦੇ ਆ, ਪੁੱਟੇ ਜਾਂਦੇ ਆ। ਛੋਟੇ ਪੌਦੇ ਤੂਫਾਨ ਦੇ ਨਾਲ ਹੀ ਝੁਕ ਜਾਂਦੇ ਆ। ਤੂਫਾਨ ਲੰਘ ਜਾਂਦਾ ਹੈ, ਵੱਡੇ ਬਿਰਛਾਂ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ, ਉਹ ਹੇਠਾਂ ਪਏ ਹੁੰਦੇ ਆ। ਛੋਟੇ ਪੌਦੇ ਫਿਰ ਵਾਪਸ ਖੜੇ ਹੋ ਜਾਂਦੇ ਆ। ਤੂਫਾਨ ਛੋਟੇ ਪੌਦਿਆਂ ਨੂੰ ਜੀਵਨ ਦੇ ਜਾਂਦਾ ਹੈ, ਆਕੜੇ ਹੋਏ ਹੰਕਾਰੀ ਬਿਰਛਾਂ ਨੂੰ ਨਸ਼ਟ ਕਰ ਜਾਂਦਾ ਹੈ। ਇੱਕ ਹੀ ਤੂਫਾਨ ਹੈ, ਕਮਜ਼ੋਰ ਬਚ ਜਾਂਦਾ ਹੈ, ਤਾਕਤਵਰ ਟੁੱਟ ਜਾਂਦਾ ਹੈ। ਬੜੀ ਅਜੀਬ ਗੱਲ ਹੈ। ਬਿਰਛ ਬੜਾ ਤਾਕਤਵਰ ਸੀ, ਉਸੇ ਆਕੜ 'ਚ ਤਾਂ ਉਹ ਖੜਾ ਰਿਹਾ ਸੀ। ਉਹਨੇ ਕਿਹਾ ਸੀ, ਆਉਣ ਦਿਓ ਤੂਫਾਨ ਨੂੰ, ਅਸੀਂ ਝੁਕਣ ਵਾਲੇ ਨਹੀਂ ਹਾਂ, ਟੁੱਟ ਜਾਵਾਂਗੇ, ਝੁਕਾਂਗੇ ਨਹੀਂ। ਛੋਟੇ ਛੋਟੇ ਪੌਦੇ ਸੀ, ਉਹਨਾਂ ਨੇ ਨਾ ਕੋਈ ਆਕੜ ਦਿਖਾਈ, ਨਾ ਉਹਨਾਂ ਨੇ ਤੂਫਾਨ ਨਾਲ ਕੋਈ ਸੰਘਰਸ਼ ਕੀਤਾ, ਬਲਕਿ ਤੂਫਾਨ ਦੇ ਨਾਲ ਖੇਡੇ। ਤੂਫਾਨ ਨੇ ਜਦ ਉਹਨਾਂ ਨੂੰ ਝੁਕਾਇਆ, ਝੁਕ ਗਏ, ਜਿਵੇਂ ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਝੁਕਾਵੇ। ਤੇ ਕਿਤੇ ਕੋਈ ਦੁਸ਼ਮਣੀ ਨਹੀਂ ਹੈ, ਇਹ ਪ੍ਰੇਮ ਦਾ ਹੀ ਅਨੁਭਵ ਹੈ। ਤੂਫਾਨ ਉਹਨਾਂ ਨੂੰ ਨੁਹਾ ਗਿਆ, ਉਹਨਾਂ ਦੀ ਧੂੜ ਧੁਆਂਕ ਝਾੜ ਗਿਆ। ਤੂਫਾਨ ਉਹਨਾਂ ਨੂੰ ਤਾਜ਼ਾ ਕਰ ਗਿਆ, ਉਹਨਾਂ ਦੇ ਪੁਰਾਣੇ ਪੱਤੇ ਡੇਗ ਗਿਆ। ਤੇ ਜਦੋਂ ਤੂਫਾਨ ਜਾ ਚੁੱਕਾ, ਉਹ ਪੌਦੇ ਫਿਰ ਖੜੇ ਹੈ, ਪਹਿਲਾਂ ਤੋਂ ਵੀ ਵੱਧ ਹੱਸਦੇ, ਪਹਿਲਾਂ ਤੋਂ ਵੀ ਵੱਧ ਸ਼ਾਨਦਾਰ ਖਿੜੇ ਹੋਏ। ਆਕਾਸ਼ 'ਚ ਉਹਨਾਂ ਦਾ ਸਿਰ ਉੱਚਾ ਹੈ। ਕਮਜ਼ੋਰ ਸਨ ਉਹ, ਪਰ ਕਿਸੇ ਹੋਰ ਭਾਸ਼ਾ 'ਚ, ਜੋ ਮੈਂ ਕਹਿ ਰਿਹਾ, ਉਸ ਜਗਤ ਦੀ ਭਾਸ਼ਾ 'ਚ ਉਹ ਤਾਕਤਵਰ ਸਿੱਧ ਹੋਏ। ਜਿਹੜੇ ਤਾਕਤਵਰ ਸਨ, ਇਸ ਜਗਤ ਦੀ ਭਾਸ਼ਾ 'ਚ ਕਮਜ਼ੋਰ ਸਿੱਧ ਹੋਏ, ਧਰਤੀ ਤੇ ਪਏ ਹਨ, ਹੁਣ ਉੱਠ ਨਹੀਂ ਸਕਦੇ। ਉਹਨਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ, ਆਪਣੇ ਹੀ ਹੰਕਾਰ ਨੇ ਉਹਨਾਂ ਨੂੰ ਮਿਟਾ ਦਿੱਤਾ। ਤੂਫਾਨ ਨੇ ਨਹੀਂ ਮਿਟਾਇਆ, ਕਿਉਂਕਿ ਤੂਫਾਨ ਮਿਟਾਉਂਦਾ ਤੇ ਇਹਨਾਂ ਛੋਟੇ ਪੌਦਿਆਂ ਨੂੰ ਵੀ ਮਿਟਾ ਦਿੰਦਾ। ਤੂਫਾਨ ਨੇ ਕੁਝ ਵੀ ਨਹੀਂ ਕੀਤਾ, ਤੂਫਾਨ ਤਾਂ ਗੁਜ਼ਰਿਆ ਸੀ। ਉਹਨਾਂ ਨੇ ਉਹ ਕੁਝ ਕੀਤਾ ਜਿਸ ਨਾਲ ਉਹ ਮਿਟੇ। ਇਹਨਾਂ ਛੋਟੇ ਪੌਦਿਆਂ ਨੇ ਉਹ ਕੁਝ ਕੀਤਾ ਜਿਸ ਨਾਲ ਉਹ ਬਚੇ। ਜਿਹਨੂੰ ਅਸੀਂ ਤਾਕਤ ਕਹਿੰਦੇ ਹਾਂ, ਇਸ ਸੰਸਾਰ ਦੀ ਭਾਸ਼ਾ 'ਚ, ਉਹ ਅਧਿਆਤਮ ਦੀ ਭਾਸ਼ਾ 'ਚ ਕਮਜ਼ੋਰੀ ਹੈ। ਜਿਹਨੂੰ ਅਸੀਂ ਕਮਜ਼ੋਰੀ ਕਹਿੰਦੇ ਹਾਂ, ਸੰਸਾਰ ਦੀ ਭਾਸ਼ਾ 'ਚ, ਉਹ ਅਧਿਆਤਮ ਦੀ ਭਾਸ਼ਾ 'ਚ ਤਾਕਤ ਹੈ। ਝੁਕਣਾ ਕਮਜ਼ੋਰ ਹੈ ਸੰਸਾਰ ਵਿੱਚ, ਨਾ ਝੁਕੋ, ਭਾਵੇਂ ਕੁਝ ਵੀ ਹੋਵੇ, ਕਿਤੇ ਝੁਕਣਾ ਨਾ। ਅਧਿਆਤਮ ਦੀ ਭਾਸ਼ਾ 'ਚ ਝੁਕਣਾ ਸ਼ਕਤੀ ਨੂੰ ਸੱਦਾ ਹੈ। ਜਿਹੜਾ ਝੁਕ ਜਾਂਦਾ ਹੈ, ਉਹ ਹਰ ਪਾਸੇ ਤੋਂ ਭਰ ਜਾਂਦਾ ਹੈ। ਸਾਰੇ ਜਗਤ ਦੀ ਸ਼ਕਤੀ ਉਹਦੇ ਵੱਲ ਦੌੜਨ ਲੱਗਦੀ ਹੈ। ਉਹ ਟੋਏ ਦੀ ਤਰ੍ਹਾਂ ਹੋ ਜਾਂਦਾ ਹੈ। ਉਹਦਾ ਨਿਉਂਦਾ ਚਾਰ ਚੁਫੇਰੇ ਸੁਣਿਆ ਜਾਂਦਾ ਹੈ। ਆਕੜਿਆ ਹੋਇਆ ਆਦਮੀ ਪਹਾੜ ਦੇ ਸਿਖਰ ਦੀ ਤਰ੍ਹਾਂ ਹੋ ਜਾਂਦਾ ਹੈ। ਵਰਖਾ ਹੁੰਦੀ ਹੈ, ਸਿਖਰ ਉੱਤੇ ਵੀ ਹੁੰਦੀ ਹੈ, ਪਰ ਸਿਖਰ ਤੇ ਟਿਕ ਨਹੀਂ ਸਕਦੀ। ਸਿਖਰ ਬਹੁਤ ਆਕੜਿਆ ਹੋਇਆ ਹੈ। ਵਰਖਾ ਜਾ ਕੇ ਝੀਲਾਂ 'ਚ ਸਮਾ ਜਾਂਦੀ ਹੈ। ਝੀਲਾਂ ਖਾਲੀ ਹੈ, ਝੁਕੀਆਂ ਹੋਈਆਂ। ਹੁੰਦੀ ਹੈ ਵਰਖਾ ਸਿਖਰ ਤੇ, ਪਰ ਝੀਲ ਪਾਣੀ ਨੂੰ ਪੀ ਲੈਂਦੀ ਹੈ, ਕਿਉਂਕਿ ਝੀਲ ਖਾਲੀ ਹੈ, ਇਸ ਲਈ ਭਰ ਜਾਂਦੀ ਹੈ। ਸਿਖਰ ਪਹਿਲਾਂ ਤੋਂ ਹੀ ਭਰਿਆ ਹੋਇਆ, ਇਸ ਲਈ ਖਾਲੀ ਰਹਿ ਜਾਂਦਾ ਹੈ। ਇਹ ਸੂਤਰ ਕਹਿੰਦਾ, ਤੁਸੀਂ ਜੋ ਹੁਣ ਸ਼ਿਸ਼ ਹੋ, ਝੁਕਣ 'ਚ ਸਮਰੱਥ, ਨਿਮਰ ਹੋ ਗਏ, ਸਮਰਪਿਤ ਹੋ ਗਏ, ਆਪਣੇ ਪੈਰਾਂ ਤੇ ਖੜੇ ਰਹਿ ਸਕਦੇ ਹੋ। ਹੁਣ ਤੁਹਾਡੇ ਪੈਰਾਂ 'ਚ ਬਲ ਆ ਗਿਆ, ਕਿਉਂਕਿ ਇਹ ਬਲ ਹੁਣ ਹੰਕਾਰ ਦਾ ਨਹੀਂ ਹੈ, ਇਹ ਬਲ ਨਿਮਰਤਾ ਦਾ ਹੈ। ਇਹ ਬਲ ਹੁਣ ਤੁਹਾਡਾ ਨਹੀਂ ਹੈ, ਇਹ ਬਲ ਹੁਣ ਸਮੁੱਚੀ ਸ਼ਕਤੀ ਦਾ ਹੈ। ਇਹ ਸਮੁੱਚਾ ਵਜੂਦ ਤੁਹਾਨੂੰ ਬਲ ਦੇ ਰਿਹਾ ਹੈ। ਤੁਸੀਂ ਸੁਣ ਸਕਦੇ ਹੋ। ਉਹ ਹੰਕਾਰ ਗਿਆ ਜਿਹੜਾ ਸੁਣਨ ਨਹੀਂ ਸੀ ਦਿੰਦਾ। ਉਹ ਆਕੜ ਗਈ ਜਿਹੜੀ ਸੁਣਨ 'ਚ ਰੁਕਾਵਟ ਬਣਦੀ ਸੀ। ਮੇਰੇ ਕੋਲ ਅਕਸਰ ਪੰਡਤ ਆ ਜਾਂਦੇ ਆ, ਸੁਣ ਨਹੀਂ ਸਕਦੇ। ਮੈਂ ਬਿਲਕੁਲ ਪ੍ਰਤੱਖ ਦੇਖਦਾ ਕਿ ਮੈਂ ਬੋਲ ਰਿਹਾ, ਪਰ ਉਹ ਸੁਣ ਨਹੀਂ ਰਹੇ। ਜਦ ਮੈਂ ਬੋਲ ਰਿਹਾ ਤਦ ਵੀ ਉਹ ਸੋਚ ਰਹੇ ਕਿ ਉਹਨਾਂ ਨੇ ਮੇਰੇ ਬੋਲਣ ਤੋਂ ਬਾਅਦ ਕੀ ਕਹਿਣਾ ਹੈ। ਮੈਂ ਜਦ ਬੋਲ ਰਿਹਾ ਤਦ ਵੀ ਅੰਦਰ ਆਪਣਾ ਹਿਸਾਬ ਬਿਠਾ ਰਹੇ ਆ ਵੀ ਸਹੀ ਕਹਿ ਰਹੇ। ਸ਼ਾਸਤਰ ਦੇ ਮੁਤਾਬਕ ਹੈ ਕਿ ਉਲਟ ਹੈ। ਆਪਣਾ ਮਤ ਮਿਲੇਗਾ ਕਿ ਨਹੀਂ, ਉਹ ਬਿਠਾ ਰਹੇ ਹੈ। ਮੈਂ ਉਹਨਾਂ ਦੇ ਚਿਹਰੇ ਨੂੰ ਵੇਖ ਕੇ ਸਾਫ਼ ਸਮਝਦਾ, ਉਹ ਸੁਣ ਨਹੀਂ ਰਹੇ, ਉਹ ਤਿਆਰੀ ਕਰ ਰਹੇ ਹੈ, ਬੋਲਣ ਦੇ ਲਈ ਤਿਆਰ ਹੋ ਰਹੇ ਆ। ਤੇ ਜਦ ਮੈਂ ਚੁੱਪ ਹੁੰਨਾ, ਤਾਂ ਜਿੱਥੋਂ ਉਹ ਬੋਲਣਾ ਸ਼ੁਰੂ ਕਰਦੇ ਆ, ਉਹ ਥਾਂ ਉਹ ਨਹੀਂ ਹੁੰਦਾ ਜਿੱਥੋਂ ਮੈਂ ਬੋਲਣਾ ਖਤਮ ਕੀਤਾ। ਉੱਥੇ ਮੈਂ ਜੋ ਬੋਲਿਆ, ਜਿਵੇਂ ਉਹਨਾਂ ਨੇ ਸੁਣਿਆ ਹੀ ਨਹੀਂ। ਉਹ ਜੋ ਮੈਂ ਬੋਲਿਆ, ਜਿਵੇਂ ਉਹਨਾਂ ਦੇ ਕੰਨ 'ਚ ਪਿਆ ਹੀ ਨਹੀਂ। ਉਹ ਕਿਸੇ ਹੋਰ ਹੀ ਲੋਕ ਤੋਂ ਬੋਲਣਾ ਸ਼ੁਰੂ ਕਰਦੇ ਆ। ਤੁਸੀਂ ਖੁਦ ਹੀ ਖਿਆਲ ਕਰਨਾ, ਜਦ ਤੁਸੀਂ ਕਿਸੇ ਨੂੰ ਸੁਣਦੇ ਹੋ ਤਾਂ ਸੱਚਮੁੱਚ ਤੁਸੀਂ ਸੁਣਦੇ ਹੋ, ਜਾਂ ਤੁਸੀਂ ਅੰਦਰ ਬੋਲੀ ਤੁਰੀ ਜਾਂਦੇ ਹੋ। ਜੇ ਤੁਸੀਂ ਅੰਦਰ ਬੋਲ ਰਹੇ ਹੋ ਤਾਂ ਤੁਸੀਂ ਸੁਣ ਨਹੀਂ ਰਹੇ ਹੋ, ਕਿਉਂਕਿ ਬੋਲਣਾ ਤੇ ਸੁਣਨਾ ਨਾਲ ਨਾਲ ਨਹੀਂ ਹੋ ਸਕਦਾ। ਜੇ ਅੰਦਰ ਬੋਲ ਰਹੇ ਹੋ ਤਾਂ ਤੁਸੀਂ ਸੁਣ ਨਹੀਂ ਰਹੇ ਹੋ। ਹਾਂ, ਕੁਝ ਭਿਣਕ ਪੈ ਜਾਏਗੀ। ਉਸੇ ਭਿਣਕ ਦੇ ਆਸਰੇ ਤੁਸੀਂ ਬੋਲਣਾ ਸ਼ੁਰੂ ਕਰੋਗੇ। ਜਦ ਇੱਕ ਚੁੱਪ ਹੋਏਗਾ, ਲੇਕਿਨ ਜੋ ਦੂਜੇ ਨੇ ਕਿਹਾ, ਉਹ ਬੜਾ ਹੈਰਾਨ ਹੋਏਗਾ, ਕਿਉਂਕਿ ਇਹ ਤਾਂ ਉਹਨੇ ਕਿਹਾ ਹੀ ਨਹੀਂ ਜੋ ਤੁਸੀਂ ਸਮਝਿਆ। ਤੇ ਜੇਕਰ ਉਹ ਵੀ ਜਦੋਂ ਤੁਸੀਂ ਬੋਲ ਰਹੇ ਹੋ ਆਪਣੇ ਅੰਦਰ ਬੋਲ ਰਿਹਾ ਹੋਇਆ, ਤਾਂ ਇਹ ਗੱਲਬਾਤ ਦੇ ਦੋ ਪਾਗਲਾਂ ਦੇ ਦਰਮਿਆਨ ਹੋ ਰਹੀ ਹੈ। ਇਸ 'ਚੋਂ ਕੋਈ ਅਰਥ ਨਹੀਂ ਨਿਕਲ ਸਕਦਾ। ਇਹ ਫਜ਼ੂਲ ਦਾ ਵਿਵਾਦ ਹੋ ਰਿਹਾ ਹੈ। ਇਹ ਵਿਅਰਥ ਦੀ ਆਵਾਜ਼ ਇੱਕ ਦੂਜੇ ਵੱਲ ਸੁੱਟੀ ਜਾ ਰਹੀ ਹੈ। ਇਹ ਸੰਵਾਦ ਨਹੀਂ ਹੈ। ਇਹ ਸੂਤਰ ਕਹਿੰਦਾ ਹੈ, ਹੁਣ ਤੁਸੀਂ ਸੁਣ ਸਕਦੇ ਹੋ, ਕਿਉਂਕਿ ਹੁਣ ਅੰਦਰ ਉਹ ਜਿਹੜੀ ਹੰਕਾਰ ਦੀ ਗੂੰਜ ਚੱਲਦੀ ਰਹਿੰਦੀ ਸੀ, ਬੰਦ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ, ਬੋਲ ਸਕਦੇ ਹੋ।
ਤੇ ਜਿਹੜਾ ਸੁਣ ਸਕਦਾ ਉਹੀ ਬੋਲ ਸਕਦਾ ਹੈ, ਜਿਹੜਾ ਦੇਖ ਸਕਦਾ ਉਹੀ ਬੋਲ ਸਕਦਾ ਹੈ। ਬੋਲਣ ਤੋਂ ਪਹਿਲਾਂ ਸੁਣਨ ਦੀ ਕਲਾ ਆ ਜਾਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਬੋਲਣ 'ਚ ਤਦ ਹੀ ਅਰਥ ਹੋਏਗਾ ਜਦ ਤੁਸੀਂ ਸ਼ੂਨਿਆ ਹੋ ਕੇ ਸੁਣਨ ਦੇ ਯੋਗ ਹੋ ਗਏ ਹੋਗੇ। ਕਿਉਂਕਿ ਬੋਲਣ ਯੋਗ ਗੱਲ ਸ਼ੂਨਿਆ ਵਿੱਚ ਹੀ ਸੁਣੀ ਜਾਂਦੀ ਹੈ। ਜਿਨ੍ਹਾਂ ਨੇ ਮੌਨ ਨੂੰ ਨਹੀਂ ਸਾਧਿਆ ਉਹਨਾਂ ਦੀ ਬਾਣੀ ਦਾ ਵੀ ਕੋਈ ਅਰਥ ਨਹੀਂ। ਜਿਨ੍ਹਾਂ ਨੇ ਚੁੱਪੀ ਦੀ ਕਲਾ ਨਹੀਂ ਸਿੱਖੀ ਉਹਨਾਂ ਦੇ ਸ਼ਬਦ ਵਿਅਰਥ। ਦੋ ਤਰ੍ਹਾਂ ਨਾਲ ਬੋਲਣਾ ਹੋ ਸਕਦਾ ਹੈ। ਕੋਈ ਬੰਦਾ ਸ਼ਾਸਤਰ ਨੂੰ ਪੜ੍ਹ ਲਵੇ ਉਹ ਬੋਲੇ, ਉਹ ਵੀ ਬੋਲਣਾ ਹੈ। ਕੋਈ ਗਹਿਰੇ ਧਿਆਨ 'ਚ ਉਤਰੇ, ਮੌਨ ਹੋ ਜਾਏ, ਸ਼ੂਨਿਆ ਹੋ ਜਾਏ ਤੇ ਬੋਲੇ, ਉਹ ਵੀ ਬੋਲਣਾ ਹੈ। ਪਰ ਦੋਨਾਂ ਦੇ ਬੋਲਣ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਬਾਣੀ ਪੰਡਤ ਦੀ ਹੈ, ਇੱਕ ਬਾਣੀ ਗਿਆਨੀ ਦੀ ਹੈ। ਪੰਡਤ ਦੀ ਬਾਣੀ ਕੁਸ਼ਲ ਹੋ ਸਕਦੀ ਹੈ, ਟੈਕਨੀਕਲੀ ਸੁੰਦਰ ਹੋ ਸਕਦੀ ਹੈ, ਸਪਸ਼ਟ ਹੋ ਸਕਦੀ ਹੈ, ਬਾਦਲੀਲ ਹੋ ਸਕਦੀ ਹੈ, ਲੇਕਿਨ ਸੱਚ ਨਹੀਂ ਹੋ ਸਕਦੀ। ਕਿਉਂਕਿ ਸੱਚ ਉਹਦਾ ਅਨੁਭਵ ਨਹੀਂ ਹੈ। ਅਨੁਭਵ ਦੇ ਬਾਅਦ ਜਿਹੜੀ ਬਾਣੀ ਆਏਗੀ ਤੇ ਅਨੁਭਵ ਆਉਂਦਾ ਹੈ ਸ਼ੂਨਿਆ 'ਚ, ਮੌਨ 'ਚ, ਖਾਮੋਸ਼ੀ 'ਚ। ਤੂਫਾਨ ਤੋਂ ਪਿੱਛੋਂ ਖਾਮੋਸ਼ੀ ਆਉਂਦੀ ਹੈ, ਉਸ 'ਚ ਅਨੁਭਵ ਆਉਂਦਾ ਹੈ। ਉਸ ਅਨੁਭਵ ਦੀ ਬਾਣੀ 'ਚ ਤਦ ਹੀ ਬੋਲਣ 'ਚ ਕੋਈ ਸਮਰੱਥ ਹੈ। ਮਹਾਂਵੀਰ 12 ਵਰੇ ਚੁੱਪ ਰਹੇ, ਮੌਨ ਰਹੇ। ਬਹੁਤਿਆਂ ਨੇ ਕਿਹਾ ਕਿ ਬੋਲੋ, ਪਰ ਨਹੀਂ ਬੋਲੇ। 12 ਵਰਿਆਂ ਪਿੱਛੋਂ ਬੋਲਣਾ ਸ਼ੁਰੂ ਕੀਤਾ। ਇਹ 12 ਵਰੇ ਜਦ ਤੱਕ ਉਹਨਾਂ ਨੂੰ ਸਪਸ਼ਟ ਨਾ ਹੋ ਗਿਆ ਕਿ ਪੂਰਨ ਸ਼ੂਨਿਅਤਾ, ਪੂਰਨ ਖਾਮੋਸ਼ੀ ਆ ਗਈ ਹੈ, ਤਦ ਤੱਕ ਬੋਲਣ ਦਾ ਕੋਈ ਅਰਥ ਨਹੀਂ। ਕੀ ਬੋਲਣਾ ਹੈ? ਕਿਸ ਨਾਲ ਬੋਲਣਾ ਹੈ? ਜਦ ਅਸੀਂ ਸੁਣ ਹੀ ਨਹੀਂ ਸਕਦੇ ਉਹ ਖੁਦਾ ਦੀ ਬਾਣੀ ਨੂੰ, ਬੋਲਾਂਗੇ ਕੀ? ਹੁਣ ਤੁਸੀਂ ਬੋਲ ਸਕਦੇ ਹੋ। ਜਿਹਨੇ ਵਾਸ਼ਨਾਵਾਂ ਨੂੰ ਜਿੱਤ ਲਿਆ ਹੈ, ਆਤਮ ਗਿਆਨ ਪ੍ਰਾਪਤ ਕਰ ਲਿਆ, ਜਿਹਨੇ ਆਪਣੀ ਆਤਮਾ ਨੂੰ ਵਿਕਸਤ ਹਾਸਲ 'ਚ ਦੇਖ ਲਿਆ, ਖਾਮੋਸ਼ੀ ਦੇ ਨਾਦ ਨੂੰ ਸੁਣ ਲਿਆ। ਹੁਣ ਤੁਸੀਂ ਉਸ ਗਿਆਨ ਮੰਦਰ 'ਚ ਜਾਓ ਜੋ ਪਰਮ ਸੂਝ ਦਾ ਮੰਦਰ ਹੈ, ਜੋ ਕੁਝ ਤੁਹਾਡੇ ਲਈ ਉੱਥੇ ਲਿਖਿਆ ਉਹਨੂੰ ਪੜ੍ਹੋ। ਇਹ ਤਾਂ ਪ੍ਰਤੀਕ ਹੈ, ਲੇਕਿਨ ਜੋ ਮੁਕੰਮਲ ਖਾਮੋਸ਼ ਹੋ ਗਿਆ, ਸ਼ੂਨਿਆ ਹੋ ਗਿਆ, ਸ਼ਾਂਤ ਹੋ ਗਿਆ, ਉਹਦੇ ਸਾਹਮਣੇ ਜਗਤ ਦਾ ਰਹੱਸ ਖੁੱਲ ਜਾਂਦਾ ਹੈ। ਇਸ ਜਗਤ ਦਾ ਜੋ ਰਹੱਸ ਸ਼ਾਸਤਰ ਹੈ, ਇਸ ਵਜੂਦ ਦੇ ਅੰਦਰ ਹੀ ਛੁਪੀਆਂ ਹੋਈਆਂ ਜੋ ਗਿਆਨ ਦੀਆਂ ਕੁੰਜੀਆਂ ਹੈ। ਜੇਕਰ ਇਸ ਵਜੂਦ ਦੀ ਕਲਪਨਾ ਕਰੀਏ, ਇੱਕ ਪ੍ਰਤੀਤੀ ਕਿ ਇਹਦੇ ਗਹਿਰੇ ਅੰਦਰਲੇ ਅੰਦਰ 'ਚ ਕਿਤੇ ਛੁਪਿਆ ਹੋਇਆ ਇੱਕ ਸੂਝ ਦਾ ਮੰਦਰ ਹੈ, ਉਹਦੇ ਦੁਆਰ 'ਚ ਪ੍ਰਵੇਸ਼ ਮਿਲ ਜਾਂਦਾ ਹੈ। ਇਹ ਸੂਤਰ ਕਹਿੰਦਾ ਹੈ ਕਿ ਅੰਦਰਲੀ ਅੰਤਰ ਬਾਣੀ ਤੁਹਾਨੂੰ ਕਹੇਗੀ, ਖਾਮੋਸ਼ੀ ਤੁਹਾਨੂੰ ਕਹੇਗੀ ਕਿ ਹੁਣ ਤੁਸੀਂ ਤਿਆਰ ਹੋ ਗਏ ਹੋ, ਜਾਓ ਉਸ ਪਰਮ ਸੂਝ ਦੇ ਮੰਦਰ 'ਚ। ਖਾਮੋਸ਼ੀ ਦੀ ਬਾਣੀ ਸੁਣਨ ਦਾ ਅਰਥ ਹੈ ਸਮਝ ਜਾਣਾ ਕਿ ਇੱਕੋ ਇੱਕ ਰਹਿਨੁਮਾਈ ਆਪਣੇ ਹੀ ਅੰਦਰੋਂ ਪ੍ਰਾਪਤ ਹੁੰਦੀ ਹੈ। ਜਦ ਤੱਕ ਤੁਸੀਂ ਮੌਨ ਨਹੀਂ ਹੋ, ਤਦ ਤੱਕ ਤੁਹਾਡੀ ਆਤਮਾ ਨੂੰ ਰਹਿਨੁਮਾਈ ਨਹੀਂ ਦੇ ਸਕਦੀ। ਤਦ ਤੱਕ ਤੁਹਾਨੂੰ ਕਿਸੇ ਗੁਰੂ ਦੀ ਸ਼ਰਨ ਲੈਣੀ ਪਏਗੀ। ਉਹ ਸ਼ਰਨ ਇਸ ਲਈ ਲੈਣੀ ਪੈ ਰਹੀ ਹੈ ਕਿ ਤੁਸੀਂ ਆਪਣੇ ਅੰਦਰ ਛੁਪੀ ਹੋਈ ਗੁਰਬਾਣੀ ਨੂੰ ਸੁਣਨ 'ਚ ਸਮਰੱਥ ਹੋ। ਤੁਸੀਂ ਇੰਨੇ ਸ਼ੋਰ ਸ਼ਰਾਬੇ ਨਾਲ ਭਰੇ ਹੋ ਕਿ ਉਹ ਅੰਦਰ ਦੀ ਜੋ ਬਹੁਤ ਮੱਧਮ, ਬਹੁਤ ਬਰੀਕ, ਬਹੁਤ ਸੂਖਮ ਆਵਾਜ਼ ਹੈ, ਉਹ ਖੋ ਜਾਂਦੀ ਹੈ ਤੁਹਾਡੇ ਨਾਦ ਵਿੱਚ, ਤੁਹਾਡੇ ਉਪੱਦਰ ਵਿੱਚ, ਤੁਹਾਡੇ ਸ਼ੋਰਗੁਲ 'ਚ, ਤੁਹਾਡੇ ਅੰਦਰ ਦੇ ਮਨ ਦੀ ਭੀੜ ਵਿੱਚ। ਉਹ ਕਿਤੇ ਸੁਣਾਈ ਨਹੀਂ ਪੈਂਦੀ। ਇਸ ਲਈ ਲੋੜ ਹੈ ਬਾਹਰ ਤੋਂ ਕੋਈ ਗੁਰੂ ਤੁਹਾਨੂੰ ਆਦੇਸ਼ ਦੇਵੇ, ਨਿਰਦੇਸ਼ ਦੇਵੇ, ਰਾਹ ਦੱਸੇ। ਨਹੀਂ ਤਾਂ ਕੋਈ ਲੋੜ ਨਹੀਂ ਹੈ। ਤੁਹਾਡੇ ਗੁਰੂ ਤੁਹਾਡੇ ਅੰਦਰ ਛੁਪਿਆ ਹੋਇਆ ਹੈ। ਇਹ ਪਰ ਅੰਦਰ ਦੀ ਆਵਾਜ਼ ਤੁਸੀਂ ਸਮਝ ਨਹੀਂ ਸਕਦੇ ਹੋ। ਇਸ ਲਈ ਬਾਹਰ ਕਿਸੇ ਗੁਰੂ ਦੀ ਭਾਲ ਕਰਨੀ ਪੈਂਦੀ ਹੈ। ਉਪਯੋਗੀ ਹੈ ਉਹ ਭਾਲ। ਤਦ ਤੱਕ ਜ਼ਰੂਰੀ ਹੈ ਜਦ ਤੱਕ ਤੁਸੀਂ ਅੰਦਰ ਦੇ ਗੁਰੂ ਦੀ ਆਵਾਜ਼ ਸੁਣਨ 'ਚ ਸਮਰੱਥ ਨਾ ਹੋ ਜਾਓ। ਤੇ ਜਿਸ ਦਿਨ ਅੰਦਰ ਦੇ ਗੁਰੂ ਦੀ ਆਵਾਜ਼ ਤੁਸੀਂ ਸੁਣ ਲੈਂਦੇ ਹੋ, ਬਾਹਰ ਦੇ ਗੁਰੂ ਦਾ ਕੋਈ ਅਰਥ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਹਰ ਦੇ ਗੁਰੂ ਦੇ ਪ੍ਰਤੀ ਉਸ ਦਿਨ ਅਵੱਗਿਆ ਨਾਲ ਭਰ ਜਾਂਦੇ ਹੋ, ਬਲਕਿ ਉਸ ਦਿਨ ਹੀ ਤੁਸੀਂ ਪੂਰਾ ਧੰਨਵਾਦ ਮਹਿਸੂਸ ਕਰਦੇ ਹੋ, ਕਿਉਂਕਿ ਉਹਨੇ ਤੁਹਾਨੂੰ ਤੁਹਾਡੇ ਅੰਦਰ ਦੇ ਗੁਰੂ ਨਾਲ ਮਿਲਾ ਦਿੱਤਾ। ਕਬੀਰ ਨੇ ਕਿਹਾ, ਗੁਰੂ ਗੋਬਿੰਦ ਦੋਊ ਖੜੇ, ਕਾਕੇ ਲਾਗੂ ਪਾਓ। ਉਹ ਗੁਰੂ ਖੜਾ ਹੈ ਬਾਹਰ ਵਾਲਾ, ਹੁਣ ਗੋਬਿੰਦ ਵੀ ਪ੍ਰਗਟ ਹੋ ਗਿਆ ਅੰਦਰ ਦਾ, ਗੁਰੂ ਵੀ ਪ੍ਰਗਟ ਹੋ ਗਿਆ। ਕਬੀਰ ਪੁੱਛਦੇ ਹੁਣ ਮੈਂ ਬੜੀ ਦੁਬਿਧਾ 'ਚ ਪਿਆ, ਦੋਨੋਂ ਮੇਰੇ ਸਾਹਮਣੇ ਖੜੇ ਆ, ਗੁਰੂ ਗੋਬਿੰਦ ਦੋਊ ਖੜੇ, ਕਾਕੇ ਲਾਗੂ ਪਾਏ। ਤਦ ਕਬੀਰ ਕਹਿੰਦੇ ਆ ਕਿ ਮੈਂ ਗੁਰੂ ਦੇ ਹੀ ਪੈਰ ਛੋਏ, ਕਿਉਂਕਿ ਬਲਿਹਾਰੀ ਗੁਰ ਆਪਣੇ ਗੋਬਿੰਦ ਦਿਓ ਬਤਾਏ। ਬਾਹਰ ਦਾ ਗੁਰੂ ਵਿਦਾ ਹੋ ਜਾਂਦਾ ਅੰਦਰ ਦੇ ਗੁਰੂ ਨੂੰ ਦੱਸ ਕੇ, ਫਿਰ ਯਾਤਰਾ ਨਿਰੋਲ ਅੰਦਰਲੀ ਹੈ। ਫਿਰ ਆਪਣੇ ਆਪ ਦੇ ਇਲਾਵਾ ਉੱਥੇ ਕੋਈ ਵੀ ਨਹੀਂ ਹੈ। ਖਾਮੋਸ਼ੀ ਦੀ ਬਾਣੀ ਸੁਣਨ ਦਾ ਅਰਥ ਹੈ ਇਹ ਸਮਝ ਜਾਣਾ ਕਿ ਇੱਕੋ ਇੱਕ ਰਹਿਨੁਮਾਈ ਆਪਣੇ ਅੰਦਰੋਂ ਹੀ ਹਾਸਲ ਹੁੰਦੀ ਹੈ। ਸੂਝ ਦੇ ਮੰਦਰ 'ਚ ਜਾਣ ਦਾ ਅਰਥ ਹੈ ਉਸ ਅਵਸਥਾ 'ਚ ਦਾਖਲ ਹੋਣਾ ਜਿੱਥੇ ਗਿਆਨ ਪ੍ਰਾਪਤੀ ਸੰਭਵ ਹੁੰਦੀ ਹੈ। ਤਾਂ ਤੁਹਾਡੇ ਲਈ ਉੱਥੇ ਬਹੁਤ ਸਾਰੇ ਸ਼ਬਦ ਲਿਖੇ ਹੋਣਗੇ, ਉਹ ਬਲਦੇ ਹੋਏ ਅੱਖਰਾਂ 'ਚ ਲਿਖੇ ਹੋਣਗੇ ਤਾਂ ਜੋ ਤੁਸੀਂ ਆਸਾਨੀ ਨਾਲ ਉਹਨਾਂ ਨੂੰ ਪੜ੍ਹ ਸਕੋ। ਕਿਉਂਕਿ ਜਦ ਸ਼ਿਸ਼ ਤਿਆਰ ਹੋ ਜਾਂਦਾ ਹੈ ਤਾਂ ਸ੍ਰੀ ਗੁਰਦੇਵ ਵੀ ਤਿਆਰ ਹੁੰਦੇ ਹੈ, ਉਹ ਜਿਹੜਾ ਅੰਦਰ ਦਾ ਪਰਮ ਗੁਰੂ ਹੀ ਹੈ। ਤੁਸੀਂ ਜਿਸ ਦਿਨ ਸ਼ਿਸ਼ ਬਣਨ ਨੂੰ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹੋ, ਤੁਹਾਨੂੰ ਹਾਸਲ ਹੋ ਜਾਂਦਾ ਹੈ। ਲੇਕਿਨ ਉਹ ਸ਼ਿਸ਼ਤਵ ਦੀ ਪ੍ਰਕਿਰਿਆ ਤੁਹਾਨੂੰ ਪਹਿਲਾਂ ਕਿਸੇ ਬਾਹਰ ਦੇ ਗੁਰੂ ਨਾਲ ਸਿੱਖਣੀ ਪੈਂਦੀ ਹੈ। ਇੱਕ ਵਾਰ ਤੁਸੀਂ ਸ਼ਿਸ਼ਤਵ 'ਚ ਪੂਰੀ ਤਰ੍ਹਾਂ ਨਿਪੁੰਨ ਹੋ ਜਾਂਦੇ ਹੋ, ਬਾਹਰ ਦਾ ਗੁਰੂ ਵਿਦਾ ਹੋ ਜਾਂਦਾ ਹੈ, ਅੰਦਰ ਦਾ ਗੁਰੂ ਪ੍ਰਗਟ ਹੋ ਜਾਂਦਾ ਹੈ।
ਅੰਦਰ ਦਾ ਗੁਰੂ ਸਦਾ ਤਿਆਰ ਹੈ, ਸਿਰਫ ਤੁਹਾਡੀ ਤਿਆਰੀ ਦੀ ਉਡੀਕ ਹੈ। ਜਿਸ ਦਿਨ ਤੁਸੀਂ ਤਿਆਰ ਹੋ, ਤਿਆਰ ਸੀ ਹੀ, ਉਹ ਅੰਤਰਬਾਣੀ ਨੂੰ ਸੁਣ ਲੈਣ ਦੇ ਬਾਅਦ ਫਿਰ ਜੀਵਨ 'ਚ ਕੋਈ ਭਟਕਾ ਨਹੀਂ, ਫਿਰ ਜੀਵਨ 'ਚ ਕੋਈ ਭੁੱਲ ਚੁੱਕ ਨਹੀਂ, ਫਿਰ ਹੋਣ ਦਾ ਕੋਈ ਭਟਕਾ ਨਹੀਂ, ਫਿਰ ਜੀਵਨ 'ਚ ਕੁਛ ਨਹੀਂ ਹੁੰਦਾ, ਹੋਣ ਦਾ ਕੋਈ ਉਪਾਅ ਹੀ ਨਹੀਂ ਰਿਹਾ। ਇਹਨੂੰ ਠੀਕ ਤਰ੍ਹਾਂ ਸਮਝ ਲਓ। ਹੁਣ ਸ਼ਿਸ਼ ਤੇ ਗੁਰੂ ਦੋਨੋਂ ਇੱਕ ਹੈ। ਜਦ ਤੱਕ ਬਾਹਰ ਦਾ ਗੁਰੂ ਸੀ, ਤੁਸੀਂ ਸ਼ਿਸ਼ ਸੀ, ਤਦ ਫਾਸਲਾ ਤਾਂ ਰਹੇਗਾ ਹੀ। ਕਿੰਨੀ ਆਪਣੱਤ ਹੋਵੇ, ਕਿੰਨੀ ਗਹਿਰੀ ਸ਼ਰਧਾ ਹੋਵੇ, ਕਿੰਨੀ ਨੇੜਤਾ ਹੋਵੇ, ਕਿੰਨਾ ਹੀ ਭਰੋਸਾ ਹੋਵੇ, ਫਾਸਲਾ ਤਾਂ ਰਹੇਗਾ। ਕਿਉਂਕਿ ਬਾਹਰ ਫਾਸਲੇ ਦੇ ਹੀ ਸੰਬੰਧ ਹੁੰਦੇ ਆ, ਨੇੜਤਾ ਵੀ ਫਾਸਲਾ ਹੀ ਹੈ। ਲੇਕਿਨ ਇਸ ਫਾਸਲੇ ਨੂੰ ਤੁਸੀਂ ਘੱਟ ਕਰਦੇ ਜਾਣਾ, ਇੱਕ ਸੀਮਾ ਆਏਗੀ ਜਿਹਦੇ ਬਾਅਦ ਹੋਰ ਕੁਝ ਘੱਟ ਕਰਨ ਨੂੰ ਨਹੀਂ ਬਚੇਗਾ। ਜਿਸ ਦਿਨ ਅਜਿਹਾ ਲੱਗੇ ਕਿ ਬਾਹਰ ਦੇ ਗੁਰੂ ਤੇ ਮੇਰੇ ਅੰਦਰ ਹੁਣ ਘੱਟ ਕਰਨ ਨੂੰ ਕੁਝ ਨਹੀਂ ਬਚਿਆ, ਉਸ ਦਿਨ ਤੁਸੀਂ ਪਾਓਗੇ ਬਾਹਰ ਦਾ ਗੁਰੂ ਲੋਪ ਹੋ ਗਿਆ, ਅੰਦਰ ਦਾ ਗੁਰੂ ਪ੍ਰਗਟ ਹੋ ਗਿਆ। ਜਿਵੇਂ 100 ਡਿਗਰੀ ਤੇ ਅਚਾਨਕ ਪਾਣੀ ਭਾਪ ਬਣ ਜਾਂਦਾ, ਐਵੇਂ ਗੁਰੂ ਦੇ ਕੋਲ ਆਉਣ ਦੀ ਇੱਕ ਡਿਗਰੀ ਹੈ। ਬਾਹਰ ਦੇ ਗੁਰੂ ਦੇ ਨੇੜੇ ਆਉਣ ਦੇ ਇੱਕ ਸੀਮਾ ਹੈ, ਇੱਕ ਅਜਿਹਾ ਛਿਨ ਹੈ ਜਿੱਥੇ ਬਾਹਰ ਦਾ ਗੁਰੂ ਤੁਹਾਨੂੰ ਕਹੇ ਵੀ ਕੁੱਦ ਪਵੋ ਤੇ ਮਰ ਜਾਓ, ਤਾਂ ਵੀ ਤੁਹਾਡੇ ਅੰਦਰੋਂ ਹਾਂ ਨਿਕਲੇ। ਉਸੇ ਛਿਨ ਬਾਹਰ ਦਾ ਗੁਰੂ ਲੋਪ ਹੋ ਜਾਏਗਾ, ਅੰਦਰ ਦਾ ਗੁਰੂ ਪ੍ਰਗਟ ਹੋ ਜਾਏਗਾ। ਜਦ ਤੱਕ ਬਾਹਰ ਦੇ ਗੁਰੂ ਨੂੰ ਕਿਸੇ ਅਰਥ ਵਿੱਚ ਵੀ ਨਾ ਕਹਿ ਸਕਦੇ ਹੋ, ਤਦ ਤੱਕ ਫਾਸਲਾ ਕਾਇਮ ਹੈ, ਤਦ ਤੱਕ ਅੰਦਰ ਦੇ ਗੁਰੂ ਦੀ ਆਵਾਜ਼ ਸੁਣਾਈ ਨਹੀਂ ਪੈ ਸਕਦੀ। ਸ਼ਰਧਾ ਦਾ ਇਹੀ ਅਰਥ ਹੈ, ਸੰਪੂਰਨ ਰੂਪ ਨਾਲ ਹਾਂ ਦਾ ਭਾਵ। ਜਿਸ ਦਿਨ ਇਹ ਹੋ ਜਾਏਗਾ, ਉਸੇ ਦਿਨ ਬਾਹਰ ਦੇ ਸਹਾਰੇ ਦੀ ਜ਼ਰੂਰਤ ਖਤਮ ਹੋ ਗਈ। ਹੁਣ ਤੁਸੀਂ ਉਸ ਭਰੋਸੇ ਨੂੰ ਪੁੱਜ ਗਏ, ਜਿਸ ਭਰੋਸੇ ਵਿੱਚ ਅੰਦਰ ਦਾ ਗੁਰੂ ਪ੍ਰਗਟ ਹੋ ਸਕਦਾ ਹੈ। ਧੰਨਵਾਦ।